ਹਾਜ਼ਰੀਨ, ਮੇਰੇ ਪੇਪਰ ਦਾ ਵਿਸ਼ਾ ਹੈ ਵਰਗ ਆਧਾਰਿਤ ਸਮਾਜ ਵਿੱਚ ਭਾਸ਼ਾ ਬਣਤਰ ਦਾ ਸਮਾਜ ਵਿਗਿਆਨਕ ਦਵੰਦ ਹਾਸ਼ੀਆਗਤ ਸਮੂਹਾਂ ਦੇ ਸੰਦਰਭ ਦੇ ਵਿੱਚ। ਇਸ ਪਰਚੇ ਵਿੱਚ ਕਿਸੇ ਜਮਾਤੀ ਸਮਾਜ ਵਿੱਚ ਭਾਸ਼ਾਈ ਵਖਰੇਵਿਆਂ ਦੇ ਸਿਧਾਂਤਕ ਆਧਾਰ ਦੀ ਹਾਸ਼ੀਆਗਤ ਸਮੂਹਾਂ ਦੀ ਬੋਲੀ ਦੇ ਸੰਦਰਭ ਵਿੱਚ ਚਰਚਾ ਕੀਤੀ ਗਈ ਹੈ ਕਿ ਕੋਈ ਸਮੂਹ ਕਿਸ ਤਰ੍ਹਾਂ ਆਪਣੀਆਂ ਲੋੜਾਂ ਅਨੁਸਾਰ ਸਮਾਜਿਕ ਸਾਂਝੀ ਬੋਲੀ ਨੂੰ ਵਖਰੇਵੇਂ ਨਾਲ ਬੋਲ ਰਿਹਾ ਹੁੰਦਾ ਹੈ, ਕਿਉਂਕਿ ਬੋਲੀ ਦਾ ਵਖਰੇਵਾਂ ਇੱਕ ਹਕੀਕਤ ਹੈ ਅਤੇ ਇਹ ਕਈ ਪੱਧਰ 'ਤੇ ਹੁੰਦਾ ਹੈ। ਅਤੇ ਜਦੋਂ ਅਸੀਂ ਹਾਸ਼ੀਆਗਤ ਸਮੂਹਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਦੋ ਤਰ੍ਹਾਂ ਦੀ ਵੰਡ ਆਉਂਦੀ ਹੈ। ਪਹਿਲੀ ਜਾਤ ਪਾਤ ਅਤੇ ਕਬੀਲਿਆਂ ਦੇ ਆਧਾਰ 'ਤੇ ਅਤੇ ਦੂਜੀ ਆਰਥਿਕ ਆਧਾਰ 'ਤੇ। ਪਰ ਆਰਥਿਕ ਆਧਾਰ ਦੀ ਵੰਡ ਜਾਤ ਪਾਤ ਅਤੇ ਕਬੀਲਿਆਂ ਦੇ ਆਧਾਰ 'ਤੇ ਵੰਡ ਨਾਲੋਂ ਕਿਤੇ ਪ੍ਰਚੰਡ ਹੋ ਕੇ ਸਾਹਮਣੇ ਆਉਂਦੀ ਹੈ ਅਤੇ ਪਹਿਲੀ ਵੰਡ ਨੂੰ ਆਪਣੇ ਵਿੱਚ ਸਮੋ ਲੈਂਦੀ ਹੈ। ਆਰਥਿਕ ਆਧਾਰ 'ਤੇ ਦੋ ਤਰ੍ਹਾਂ ਦੀਆਂ ਜਮਾਤਾਂ ਹੁੰਦੀਆਂ ਹਨ, ਇੱਕ ਜਿਨ੍ਹਾਂ ਦਾ ਪੈਦਾਵਾਰ ਦੇ ਸਾਧਨਾਂ ਉੱਤੇ ਕਬਜ਼ਾ ਹੁੰਦਾ ਹੈ ਅਤੇ ਦੂਜੀ ਉਹ ਜਿਹੜੇ ਪੈਦਾਵਾਰ ਦੇ ਸਾਧਨਾਂ ਤੋਂ ਵਿਹੂਣੇ ਹੁੰਦੇ ਹਨ ਅਤੇ ਉਹ ਆਪਣੀ ਗੁਜ਼ਰ ਬਸਰ ਲਈ ਪਹਿਲੀ ਜਮਾਤ ਜੋ ਕਿ ਸਮਾਜ ਵਿੱਚ ਭਾਰੂ ਜਮਾਤ ਹੁੰਦੀ ਹੈ ਉੱਤੇ ਨਿਰਭਰ ਹੁੰਦੇ ਹਨ, ਜੋ ਕਿ ਕਿਰਤ ਸ਼ਕਤੀ ਵੇਚ ਕੇ ਉਜਰਤ ਦੇ ਰੂਪ ਵਿੱਚ ਆਪਣੀ ਜੀਵਿਕਾ ਦੇ ਸਾਧਨ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਵਰਗ ਆਧਾਰਿਤ ਸਮਾਜ ਵਿੱਚ ਜਮਾਤੀ ਵਖਰੇਵੇਂ ਅਜੋਕੇ ਸਮਾਜ ਅੰਦਰ ਕਿਰਤ ਸ਼ਕਤੀ ਖਰੀਦਣ ਵਾਲੇ ਅਤੇ ਕਿਰਤ ਸ਼ਕਤੀ ਵੇਚਣ ਵਾਲਿਆਂ ਦੇ ਰੂਪ ਵਿੱਚ ਸਾਡੇ ਸਾਹਮਣੇ ਹਨ। ਸਮਾਜ ਦਾ ਹਾਸ਼ੀਆਗਤ ਵਰਗ ਪੈਦਾਵਾਰ ਦੇ ਸਾਧਨਾਂ ਤੋਂ ਵਿਹੂਣਾ ਕਿਰਤ ਸ਼ਕਤੀ ਵੇਚਣ ਵਾਲਿਆਂ ਵਿੱਚ ਆਉਂਦਾ ਹੈ। ਪੈਦਾਵਾਰ ਦੇ ਸਾਧਨਾਂ ਤੋਂ ਹੀਣਾ ਇਹ ਵਰਗ ਜਿਸ ਕੋਲ ਵੇਚਣ ਲਈ ਸਰੀਰਕ ਕਿਰਤ ਸ਼ਕਤੀ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ, ਮਤਲਬ ਉਹ ਸਿਰਫ ਭਾਰੀ ਸਰੀਰਕ ਮਿਹਨਤ ਕਰਕੇ ਹੀ ਆਪਣੀ ਰੋਜੀ ਕਮਾ ਸਕਦਾ ਹੈ। ਅਜਿਹੇ ਵਿੱਚ ਉਹਨਾਂ ਦੀ ਬੋਲੀ ਦਾ ਵਖਰੇਵਿਆਂ ਸਹਿਤ ਹੋਣਾ ਇੱਕ ਲਾਜ਼ਮੀ ਵਰਤਾਰਾ ਹੈ, ਕਿਉਂਕਿ ਕਿਸੇ ਸਮੂਹ ਦੀ ਭਾਸ਼ਾ ਉਹਦੀਆਂ ਲੋੜਾਂ ਅਨੁਸਾਰ ਹੀ ਵਿਕਸਦੀ ਹੈ। ਸਾਡੇ ਸਾਹਮਣੇ ਇਹ ਪ੍ਰਸ਼ਨ ਹੈ ਕਿ ਕੀ ਹਾਸ਼ੀਆਗਤ ਸਮੂਹਾਂ ਦੀ ਕੋਈ ਵੱਖਰੀ ਭਾਸ਼ਾ ਹੁੰਦੀ ਹੈ, ਜਿਹਦੇ ਹੱਲ ਲਈ ਸਭ ਤੋਂ ਪਹਿਲਾਂ ਸਾਨੂੰ ਭਾਸ਼ਾ ਦੇ ਬਾਹਰਮੁਖੀ ਮਾਡਲ ਬਾਰੇ ਚਰਚਾ ਕਰਨੀ ਚਾਹੀਦੀ ਹੈ। ਭਾਸ਼ਾ ਬਾਰੇ ਸਾਡੀ ਸਮਝ। ਭਾਸ਼ਾ ਬਾਹਰਮੁਖੀ ਸੰਸਾਰ ਵਿਚਲੀਆਂ ਮੂਰਤ ਚੀਜ਼ਾਂ ਅਤੇ ਅਮੂਰਤ ਖਿਆਲਾਂ ਤੋਂ ਬਣੀਆਂ ਧਾਰਨਾਵਾਂ ਲਈ ਵਰਤੇ ਜਾਂਦੇ ਸਮਾਜਿਕ ਪ੍ਰਵਾਨਗੀ ਪ੍ਰਾਪਤ ਚਿੰਨ੍ਹਾਂ ਤੋਂ ਬਣੀ ਹੁੰਦੀ ਹੈ। ਇਹ ਸੰਚਾਰ ਦੀ ਸਮਾਜਿਕ ਲੋੜ ਦੀ ਪੂਰਤੀ ਲਈ ਹੋਂਦ ਵਿੱਚ ਆਉਂਦੀ ਹੈ। ਮਨੁੱਖ ਨੂੰ ਸੰਚਾਰ ਵਾਸਤੇ ਭਾਸ਼ਾ ਦੀ ਲੋੜ ਹੁੰਦੀ ਹੈ ਅਤੇ ਬਿਨਾਂ ਭਾਸ਼ਾ ਤੋਂ ਮਨੁੱਖ ਇੱਕ ਵੀ ਗੱਲ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਮਨੁੱਖ ਕਿਸੇ ਇੱਕ ਵੀ ਚੀਜ਼ ਦਾ ਨਾਮਕਰਨ ਤੱਕ ਬਿਨਾਂ ਭਾਸ਼ਾ ਤੋਂ ਨਹੀਂ ਕਰ ਸਕਦਾ। ਭਾਸ਼ਾ ਮਨੁੱਖੀ ਉਤਪਾਦਨ ਕਾਰਜ ਨਾਲ ਸਿੱਧੇ ਤੌਰ 'ਤੇ ਸੰਬੰਧਿਤ ਹੁੰਦੀ ਹੈ ਅਤੇ ਨਾ ਸਿਰਫ ਉਤਪਾਦਨ ਕਾਰਜਾਂ ਲਈ ਨਾਲ ਸਗੋਂ ਉਹਨਾਂ ਦੇ ਸਾਰੇ ਕਾਰਜੀ ਖੇਤਰਾਂ ਨਾਲ ਸਿੱਧੀ ਸੰਬੰਧਿਤ ਹੁੰਦੀ ਹੈ। ਇਹ ਪੂਰਨ ਤੌਰ 'ਤੇ ਮਨੁੱਖੀ ਵਰਤਾਰਾ ਹੈ ਅਤੇ ਮਨੁੱਖੀ ਸਮਾਜ ਤੋਂ ਬਾਹਰ ਸੰਚਾਰ ਤਾਂ ਹੁੰਦਾ ਹੈ ਪਰ ਭਾਸ਼ਾ ਨਹੀਂ ਹੁੰਦੀ। ਭਾਸ਼ਾ ਨਿਰੋਲ ਮਨੁੱਖੀ ਕਾਢ ਹੈ। ਭਾਸ਼ਾ ਨੂੰ ਸਿਰਫ ਮਨੁੱਖੀ ਸਮਾਜ ਦੇ ਸੰਦਰਭ ਵਿੱਚ ਹੀ ਸਮਝਿਆ ਜਾ ਸਕਦਾ ਹੈ। ਮਨੁੱਖੀ ਸਮਾਜ ਤੋਂ ਤੋੜ ਕੇ ਭਾਸ਼ਾ ਨੂੰ ਸਮਝਣ ਦਾ ਯਤਨ ਕਰਨ ਵਾਲੇ ਜਾਂ ਤਾਂ ਭੁਲੇਖੇ ਵਿੱਚ ਹੁੰਦੇ ਹਨ ਜਾਂ ਬਾਕੀਆਂ ਨੂੰ ਭੁਲੇਖੇ ਵਿੱਚ ਰੱਖਣ ਦਾ ਯਤਨ ਕਰ ਰਹੇ ਹੁੰਦੇ ਹਨ। ਸਮਾਜ ਦਾ ਭਾਸ਼ਾ ਨਾਲ ਰਿਸ਼ਤਾ ਦਵੰਦਾਤਮਕ ਹੈ। ਸਮਾਜ ਜਿੱਥੇ ਭਾਸ਼ਾ ਨੂੰ ਨਿਰਧਾਰਤ ਕਰਦਾ ਹੈ ਉੱਥੇ ਹੀ ਭਾਸ਼ਾ ਸਮਾਜ ਨੂੰ ਸੰਚਾਰ ਦਾ ਸਾਧਨ ਹੋਣ ਕਰਕੇ ਇਹਨੂੰ ਲਗਾਤਾਰ ਪ੍ਰਭਾਵਿਤ ਕਰਦੀ ਰਹਿੰਦੀ ਹੈ। ਸਮਾਜ ਅਤੇ ਭਾਸ਼ਾ ਦੀ ਹੋਂਦ ਬਾਰੇ ਗੱਲ ਕਰੀਏ ਤਾਂ ਇਹਨੂੰ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਸਮਾਜ ਦੀ ਹੋਂਦ ਭਾਸ਼ਾ ਦੀ ਉਤਪਤੀ ਤੋਂ ਪਹਿਲਾਂ ਹੈ। ਮਨੁੱਖ ਦੇ ਵਿਕਾਸ ਦੇ ਕਾਲ 'ਤੇ ਨਿਗਾਹ ਮਾਰਦਿਆਂ ਪਤਾ ਲੱਗਦਾ ਹੈ ਕਿ ਮਨੁੱਖ ਆਪਣੇ ਵਰਤਮਾਨ ਸਮਾਜਿਕ ਪੱਧਰ 'ਤੇ ਕਰਮਵਾਰ ਪੜਾਵੀ ਵਿਕਾਸ ਨਾਲ ਪਹੁੰਚਿਆ ਹੈ ਅਤੇ ਵਿਗਿਆਨ ਨੇ ਸਿੱਧ ਕੀਤਾ ਹੈ ਕਿ ਜੀਵਨ ਦੀ ਸ਼ੁਰੂਆਤ ਇੱਕ ਸੈਲੀ ਜੀਵਤ ਪਦਾਰਥ ਜਿਹੜਾ ਕਿ ਅਜੀਵਤ ਪਦਾਰਥ ਤੋਂ ਸਿਫਤੀ ਗੁਣਾਂ ਵਿੱਚ ਤਬਦੀਲੀ ਕਾਰਨ ਵਿਕਸਿਤ ਹੋਇਆ ਤੋਂ ਹੋ ਕੇ ਬਹੁਸੈਲੀ ਜੀਵ ਤੱਕ ਵਿਕਾਸ ਕਰਦਾ ਹੋਇਆ ਪਹੁੰਚਿਆ। ਬਹੁਸੈਲੀ ਅਤੇ ਇਹਨਾਂ ਵਿੱਚ ਵੀ ਸਰਵਸ੍ਰੇਸ਼ਟ ਮਨੁੱਖ ਦੇ ਸਮੂਹਕ ਸੰਗਠਨ ਤੋਂ ਹੀ ਸਮਾਜ ਦੀ ਹੋਂਦ ਹੈ ਅਤੇ ਜਗਤ ਦੀ ਮੂਰਤ ਪਦਾਰਥਕ ਹੋਂਦ ਦੇ ਮਨੁੱਖੀ ਮਨ ਵਿੱਚ ਰੂਪਾਂਤਰਿਤ ਅਮੂਰਤ ਰੂਪ ਭਾਵ ਵਿਚਾਰ ਦੇ ਆਧਾਰ ਕਾਰਨ ਭਾਸ਼ਾ ਹੋਂਦ ਵਿੱਚ ਆਈ। ਇਸ ਤਰ੍ਹਾਂ ਸਮਾਜ ਅਤੇ ਭਾਸ਼ਾ ਵਿੱਚੋਂ ਸਮਾਜ ਪਹਿਲਾਂ ਹੈ। ਸਸਿਓਰ ਭਾਸ਼ਾ ਨੂੰ ਚਿੰਨ੍ਹਾਂ ਦਾ ਪ੍ਰਬੰਧ ਕਹਿੰਦਾ ਹੈ। ਸੇਪੀਅਰ ਭਾਸ਼ਾ ਨੂੰ ਸੰਚਾਰ ਦਾ ਇੱਕ ਗੈਰ ਕੁਦਰਤੀ ਪ੍ਰਬੰਧ ਮੰਨਦਾ ਹੈ ਅਤੇ ਬਲੂਮਫੀਲਡ ਵਾਸਤੇ ਭਾਸ਼ਾ ਇੱਕ ਵਿਅਕਤੀ ਵੱਲੋਂ ਦੂਜੇ ਦੇ ਕਾਰਜ 'ਤੇ ਕੀਤੀ ਜਾਂਦੀ ਪ੍ਰਤੀਕਿਰਿਆ ਹੈ। ਬਲੋਚ ਅਤੇ ਟਰੈਗਰ ਭਾਸ਼ਾ ਨੂੰ ਆਪ ਹੁਦਰੇ ਆਵਾਜ਼ ਪ੍ਰਤੀਕਾਂ ਦਾ ਬਣਿਆ ਸਮਾਜਿਕ ਸਹਿ ਸੰਬੰਧਿਤ ਪ੍ਰਬੰਧ ਸਮਝਦੇ ਹਨ। ਹਾਲ ਮੁਤਾਬਕ ਭਾਸ਼ਾ ਇੱਕ ਮੌਖਿਕ ਸ਼ਰਵਣੀ ਅਤੇ ਗੱਲਬਾਤ ਅਤੇ ਸੰਚਾਰ ਦੀ ਆਪ ਹੁਦਰੀ ਸੰਸਥਾ ਹੈ। ਗਿਮਸਨ ਮੁਤਾਬਕ ਇਹ ਸੰਚਾਰ ਲਈ ਵਰਤੇ ਜਾਂਦੇ ਪਰੰਪਰਾਗਤ ਸੰਕੇਤਾਂ ਦਾ ਪ੍ਰਬੰਧ ਹੈ। ਚਮਸਕੀ ਇਹਨੂੰ ਵਾਕਾਂ ਦੀ ਲੜੀ ਮੰਨਦਾ ਹੈ। ਭਾਸ਼ਾ ਦੀਆਂ ਪਰਿਭਾਸ਼ਾਵਾਂ ਨੂੰ ਧਿਆਨ ਨਾਲ ਵਾਚਦਿਆਂ ਪਤਾ ਲੱਗਦਾ ਹੈ ਇਹਨਾਂ ਪਰਿਭਾਸ਼ਾਵਾਂ ਨੂੰ
ਭਾਸ਼ਾ ਦੀ ਇਹਨਾਂ ਪਰਿਭਾਸ਼ਾਵਾਂ ਨੂੰ ਧਿਆਨ ਨਾਲ ਵਾਚਦਿਆਂ ਪਤਾ ਲੱਗਦਾ ਹੈ ਕਿ ਬਹੁਤੇ ਭਾਸ਼ਾ ਵਿਗਿਆਨੀ ਭਾਸ਼ਾ ਨੂੰ ਸਮਾਜਿਕ ਸੰਚਾਰ ਦਾ ਸਾਧਨ ਮੰਨਦੇ ਹਨ, ਜੋ ਕਿ ਇੱਕ ਜਾਂ ਦੂਜੀ ਤਰ੍ਹਾਂ ਭਾਸ਼ਾ ਦੀ ਸਮਾਜਿਕ ਹੋਂਦ ਨੂੰ ਮੰਨਦੇ ਹਨ। ਪਰ ਕੁਝ ਕੁ ਭਾਸ਼ਾ ਨੂੰ ਮੁੱਖ ਤੌਰ 'ਤੇ ਸੰਚਾਰ ਦਾ ਸਾਧਨ ਨਾ ਮੰਨ ਕੇ ਇਹਦੀ ਸਮਾਜਿਕਤਾ ਉੱਤੇ ਹਮਲਾ ਕਰਦੇ ਹਨ ਅਤੇ ਭਾਸ਼ਾ ਦੀ ਸਹੀ ਸਮਝ ਉੱਤੇ ਪਰਦਾ ਪਾ ਦਿੰਦੇ ਹਨ। ਉਦਾਹਰਨ ਦੇ ਤੌਰ 'ਤੇ ਚਮਸਕੀ ਅਤੇ ਉਹਦੇ ਪੈਰੋਕਾਰ ਇਸੇ ਖੇਮੇ ਵਿੱਚੋਂ ਹਨ। ਉਹਨਾਂ ਦਾ ਮੁੱਖ ਕੰਮ ਭਾਸ਼ਾ ਨੂੰ ਨਿਰੋਲ ਜੈਵਿਕ ਗੁਣ ਦੱਸ ਕੇ ਇਹਨੂੰ ਇੱਕਦਮ ਪ੍ਰਗਟ ਹੋਇਆ ਵਰਤਾਰਾ ਦਰਸਾਉਣਾ ਹੈ, ਜੋ ਕਿ ਦਿਮਾਗ ਵਿੱਚ ਇੱਕਦਮ ਵਾਪਰੀ ਤੰਤਰੀ ਤਬਦੀਲੀ ਕਾਰਨ ਹੋਂਦ ਵਿੱਚ ਆਈ। ਉਹ ਇਸ ਤਰ੍ਹਾਂ ਭਾਸ਼ਾ ਨੂੰ ਮਨੁੱਖੀ ਤਜਰਬੇ ਨਾਲ ਵਿਕਸਿਤ ਹੋਈ ਨਹੀਂ, ਸਗੋਂ ਇਤਿਹਾਸ ਵਿੱਚੋਂ ਕਿਸੇ ਇੱਕੋ ਵੇਲੇ ਇੱਕਦਮ ਪ੍ਰਾਪਤ ਕੀਤਾ ਵਾਕ ਪ੍ਰਬੰਧ ਮੰਨਦੇ ਹਨ ਅਤੇ ਕੋਟ ਹੈ ਲਾਈਨਸ ਦਾ, ਉਹ ਭਾਸ਼ਾ ਦਾ ਅਧਿਐਨ ਸਿਰਫ ਤੇ ਸਿਰਫ ਬਣਤਰ ਤੱਕ ਹੀ ਸੀਮਿਤ ਰੱਖਦੇ ਹਨ, ਕੋਟ ਬੰਦ। ਪਰ ਭਾਸ਼ਾ ਦੀ ਸਮਾਜਿਕਤਾ ਤੋਂ ਪਾਸੇ ਜਾਣਾ ਇੱਕ ਵੱਡੀ ਗਲਤੀ ਹੈ। ਚਾਰਲਸ ਹੌਕਟ ਭਾਸ਼ਾ ਦੇ 16 ਡਿਜ਼ਾਈਨ ਫੀਚਰਾਂ ਦੇ ਮਾਡਲ ਵਿੱਚ ਭਾਸ਼ਾ ਦਾ ਸਪੈਸ਼ਲਾਈਜੇਸ਼ਨ ਲੱਛਣ ਸੰਚਾਰ ਨੂੰ ਮੰਨਦਾ ਹੈ। ਸੰਚਾਰ ਲਈ ਸਮਾਜਿਕ ਹੋਂਦ ਪਹਿਲੀ ਸ਼ਰਤ ਹੈ ਅਤੇ ਇਸ ਲਈ ਸਮਾਜ ਨੂੰ ਭਾਸ਼ਾ ਨਾਲੋਂ ਤੋੜ ਕੇ ਦੇਖਿਆ ਨਹੀਂ ਜਾ ਸਕਦਾ। ਮਾਰਕਸ ਅਨੁਸਾਰ, ਕੋਟ ਸ਼ੁਰੂ, ਭਾਸ਼ਾ ਚੇਤਨਾ ਜਿੰਨੀ ਹੀ ਪੁਰਾਣੀ ਭਾਸ਼ਾ ਅਮਲੀ ਸਹੀ ਚੇਤਨਾ ਹੈ, ਜਿਹੜੀ ਹੋਰਾਂ ਵਿਅਕਤੀਆਂ ਲਈ ਵੀ ਹੋਂਦ ਰੱਖਦੀ ਹੈ ਅਤੇ ਸਿਰਫ ਇਸੇ ਲਈ ਮੇਰੇ ਲਈ ਵੀ ਹੋਂਦ ਰੱਖਦੀ ਹੈ। ਭਾਸ਼ਾ ਚੇਤਨਾ ਦੀ ਤਰ੍ਹਾਂ ਹੀ ਸਿਰਫ ਲੋੜ ਤੋਂ ਪੈਦਾ ਹੁੰਦੀ ਹੈ, ਆਪਣੇ ਤੋਂ ਹੋਰ ਵਿਅਕਤੀਆਂ ਨਾਲ ਆਦਾਨ ਪ੍ਰਦਾਨ ਦੀ ਲੋੜ ਤੋਂ। ਮੇਰਾ ਮੇਰੇ ਨਾਲ ਰਿਸ਼ਤਾ ਮੇਰੀ ਚੇਤਨਾ ਹੈ, ਕੋਟ ਬੰਦ। ਅੱਗੇ ਕੋਟ ਦੁਬਾਰਾ, ਚੇਤਨਾ ਮਨੁੱਖੀ ਸਾਂਝੀ ਸਰਗਰਮੀ ਦੀ ਪ੍ਰਾਪਤੀ ਹੈ। ਸਮੂਹ ਨੂੰ ਇਕੱਠਾ ਰੱਖਣ ਲਈ ਇਸ਼ਾਰੇ, ਧਿਆਨ ਖਿੱਚਣ ਲਈ ਆਵਾਜ਼ ਅਤੇ ਇਸ਼ਾਰੇ ਅਤੇ ਬੋਲੀ ਹੈ। ਇਹ ਅਮਲ ਦੇ ਠੋਸ ਅਨੁਭਵਾਂ ਨੂੰ ਅਮੂਰਤ ਧਾਰਨਾਵਾਂ ਵਿੱਚ ਜਮ੍ਹਾਂ ਕਰਨਾ ਅਤੇ ਮੁੜ ਪ੍ਰਗਟਾਉਣ ਦਾ ਗੁੰਝਲਦਾਰ ਵਰਤਾਰਾ ਹੈ। ਇਹ ਮਨੁੱਖੀ ਵਿਕਾਸ ਦੇ ਸਮਾਜਿਕ ਅਮਲ ਵਿੱਚ ਅਮੀਰ ਹੁੰਦਾ ਹੈ। ਸੋ ਭਾਸ਼ਾ ਸੰਚਾਰ ਦਾ ਸਾਧਨ ਹੈ ਅਤੇ ਇਹ ਅਸਲੀ ਅਰਥਾਂ ਵਿੱਚ ਚੇਤਨਾ ਹੀ ਹੈ, ਜੋ ਸਮਾਜਿਕ ਪ੍ਰਬੰਧਾਂ ਵਿੱਚੋਂ ਸੰਚਾਰ ਦੀ ਲੋੜ ਦੀ ਪੂਰਤੀ ਲਈ ਉਪਜਦੀ ਹੈ, ਅਤੇ ਭਾਸ਼ਾ ਹੀ ਉਹ ਵਰਤਾਰਾ ਹੈ ਜਿਹੜਾ ਮਨੁੱਖ ਦੀਆਂ ਅਮੂਰਤ ਧਾਰਨਾਵਾਂ ਦੀ ਵਾਹਕ ਹੈ, ਅਤੇ ਸਮਾਜ ਹੀ ਭਾਸ਼ਾ ਦਾ ਸਿਰਜਕ ਹੈ, ਅਤੇ ਭਾਸ਼ਾ ਬਿਨਾਂ ਮਨੁੱਖ ਦਾ ਦਿਮਾਗੀ ਵਿਕਾਸ ਸੰਭਵ ਨਹੀਂ ਹੋ ਸਕਣਾ ਸੀ। ਇਹ ਦਵੰਦਾਤਮਕ ਰਿਸ਼ਤੇ ਵਿੱਚ ਹੈ। ਪਹਿਲਾ ਦੂਜੇ ਨੂੰ ਨਿਰਧਾਰਤ ਕਰਦਾ ਹੈ ਅਤੇ ਦੂਜਾ ਪਹਿਲੇ ਨੂੰ ਪ੍ਰਭਾਵਿਤ ਕਰਦਾ ਹੈ। ਭਾਸ਼ਾ ਦੀ ਉਤਪਤੀ ਦਾ ਸਵਾਲ, ਇਸੇ ਰਿਸ਼ਤੇ ਕਾਰਨ ਮਨੁੱਖ ਵਿੱਚ ਭਾਸ਼ਾ ਦੀ ਉਤਪਤੀ ਹੁੰਦੀ ਹੈ। ਇੰਗਲਜ਼ ਅਨੁਸਾਰ ਭਾਸ਼ਾ ਦੀ ਸਮਾਜਿਕ ਸੰਚਾਰ ਦੀ ਲੋੜ ਨੇ ਹੀ ਮਨੁੱਖ ਦਾ ਨਾਦ ਜੰਤਰ ਵਿਕਸਿਤ ਕੀਤਾ, ਜੋ ਕਿ ਇੱਕਦਮ ਨਹੀਂ, ਹੌਲੀ ਹੌਲੀ ਵਾਨਰ ਦੇ ਅਣਵਿਕਸਿਤ ਨਾਦ ਜੰਤਰ ਤੋਂ ਵਿਕਾਸ ਕਰਕੇ ਮਨੁੱਖੀ ਨਾਦ ਜੰਤਰ ਵਿੱਚ ਬਦਲਿਆ ਅਤੇ ਮਨੁੱਖੀ ਮੂੰਹ ਨੇ ਉਚਾਰਨ ਸਿੱਖ ਲਿਆ। ਮਨੁੱਖੀ ਮੂੰਹ ਦੇ ਅੰਗਾਂ ਨੇ ਹੌਲੀ ਹੌਲੀ ਉਚਾਰਨ ਸਿੱਖ ਲਿਆ ਅਤੇ ਇਹ ਵਿਕਾਸ ਦੇ ਸਹਿਜ ਸੰਬੰਧਾਂ ਦੇ ਨੇਮ ਹੀ ਹੈ, ਜਿਨ੍ਹੇ ਮਨੁੱਖ ਦੇ ਸਿੱਧੇ ਖੜੇ ਹੋਣ, ਹੱਥਾਂ ਦੇ ਤੁਰਨ ਦੇ ਕੰਮ ਤੋਂ ਆਜ਼ਾਦ ਹੋਣ ਅਤੇ ਫਿਰ ਸੰਦ ਬਣਾਉਣ ਦੇ ਅਤੇ ਕਿਰਤ ਦੀ ਉਤਪਤੀ ਦੇ ਵਿਕਾਸ ਅਤੇ ਮਨੁੱਖ ਦੇ ਨਾਦ ਯੰਤਰ ਦੇ ਹੌਲੀ ਹੌਲੀ ਹੇਠਾਂ ਵੱਲ ਅਜੋਕੀ ਸਥਿਤੀ ਵੱਲ ਜਾਣਾ, ਦਿਮਾਗ ਦੇ ਆਕਾਰ ਵਿੱਚ ਤਬਦੀਲੀ ਅਤੇ ਮਨੁੱਖੀ ਹੱਥਾਂ ਨਾਲ ਗਤੀਵਿਧੀਆਂ 'ਚ ਵਾਧਾ ਹੋਣਾ, ਜਿਹਨੇ ਮਨੁੱਖੀ ਅਭਿਆਸ ਦੁਆਰਾ ਗਿਆਨ ਵਿੱਚ ਵਾਧਾ ਕੀਤਾ, ਜੋ ਕਿ ਇੱਕ ਪੜਾਅ 'ਤੇ ਗਤੀਵਿਧੀ ਦੀ ਉਤਪਤੀ ਦਾ ਸਾਧਨ ਬਣਿਆ ਅਤੇ ਭਾਸ਼ਾ ਨੇ ਮਨੁੱਖੀ ਵਿਕਾਸ ਨੂੰ ਪ੍ਰਭਾਵਿਤ ਕੀਤਾ। ਸੋ ਭਾਸ਼ਾ ਦੀ ਸਮਾਜਿਕਤਾ ਬਾਰੇ ਅਗਲਾ ਪੈਰਾ, ਬੋਲ ਸ਼ਬਦ ਤੋਂ ਸਾਹਿਤ ਤੱਕ ਦਾ ਸਫ਼ਰ ਆਪਣੇ ਆਪ ਵਿੱਚ ਭਾਸ਼ਾ ਦੇ ਵਿਕਾਸ ਦਾ ਅਨਮੋਲ ਇਤਿਹਾਸ ਸਮੋਈ ਬੈਠਾ ਹੈ, ਜਿਸ ਉੱਤੇ ਸਮੇਂ-ਸਮੇਂ 'ਤੇ ਭਾਸ਼ਾ ਸਾਹਿਤ ਅਤੇ ਹੋਰ ਅਨੁਸ਼ਾਸਨਾਂ ਦੇ ਜਾਣਕਾਰਾਂ ਨੇ ਰੋਸ਼ਨੀ ਪਾਉਣ ਦੇ ਯਤਨ ਕੀਤੇ ਹਨ। ਭਾਸ਼ਾ ਆਪਣੇ ਆਰੰਭ ਤੋਂ ਹੀ ਮਨੁੱਖ ਲਈ ਸੰਚਾਰ ਦਾ ਸਾਧਨ ਹੈ। ਮੁੱਢਲੇ ਸਮਾਜ ਵਿੱਚ ਜਦੋਂ ਭਾਸ਼ਾਈ ਸਮੱਗਰੀ ਸੀਮਤ ਸੀ ਅਤੇ ਸਹੀ ਅਰਥਾਂ ਵਿੱਚ ਆਪਣੇ ਆਰੰਭਕ ਦੌਰ ਵਿੱਚ ਸੀ, ਉਸ ਵੇਲੇ ਵੀ ਇਹ ਮਨੁੱਖੀ ਸਮਾਜ ਦੀਆਂ ਲੋੜਾਂ ਅਨੁਸਾਰ ਹੀ ਕਾਰਜਗਤ ਸੀ ਅਤੇ ਮਨੁੱਖੀ ਸੰਚਾਰ ਦੀਆਂ ਲੋੜਾਂ ਦੀ ਪੂਰਤੀ ਲਈ ਸਮਰੱਥ ਸੀ। ਪੂਰਵ ਇਤਿਹਾਸਕ ਮਨੁੱਖ ਦੁਆਰਾ ਸ਼ਿਕਾਰ ਅਤੇ ਹੋਰ ਇਸ ਤਰ੍ਹਾਂ ਦੇ ਸਮੂਹਕ ਕਾਰਜਾਂ ਲਈ ਵਰਤੇ ਜਾਂਦੇ ਸਿੱਧੜ ਇਸ਼ਾਰੇ ਮੁੱਢਲੀ ਭਾਸ਼ਾ ਸੀ, ਜੋ ਇਸ਼ਾਰਿਆਂ ਤੋਂ ਧੁਨੀਆਂ ਤੱਕ ਵਿਕਾਸ ਕਰਦੀ ਹੈ। ਬੁੱਲਾਂ ਦੁਆਰਾ ਉਚਰਿਤ ਧੁਨੀਆਂ ਦੇ ਇਸ਼ਾਰੇ ਬੋਲੀ ਦਾ ਮੁੱਢਲਾ ਰੂਪ ਸਨ ਅਤੇ ਇਸੇ ਨੇ ਮਨੁੱਖ ਦੇ ਸਮਾਜਿਕ ਵਿਕਾਸ ਦੇ ਨਾਲ ਵਿਕਾਸ ਕਰਦਿਆਂ ਇੱਕ ਵੱਡੇ ਸੰਚਾਰ ਪ੍ਰਬੰਧ ਦਾ ਰੂਪ ਧਾਰਿਆ, ਜੋ ਸਮਾਜ ਭਾਸ਼ਾ ਨੂੰ ਤਰਾਸ਼ਦਾ ਹੈ, ਸ਼ਿੰਗਾਰਦਾ ਰਿਹਾ ਅਤੇ ਆਪਣੀਆਂ ਲੋੜਾਂ ਅਨੁਸਾਰ ਵਿਸਤਾਰ ਦੇ ਅਮਲ 'ਚ ਰਿਹਾ, ਅਤੇ ਭਾਸ਼ਾ ਸਮਾਜਿਕ ਸੰਚਾਰ ਪ੍ਰਬੰਧ ਦੀ ਹੈਸੀਅਤ ਨਾਲ ਮਨੁੱਖੀ ਗਿਆਨ 'ਚ ਵਾਧੇ ਦਾ ਕਾਰਨ ਬਣੀ। ਇਸੇ ਗਿਆਨ ਦੇ ਵਾਧੇ ਕਾਰਨ
ਮਨੁੱਖੀ ਅਮਲ ਵਿੱਚੋਂ ਸਾਹਿਤ ਦਾ ਆਰੰਭ ਹੋਇਆ। ਜਾਨਵਰਾਂ ਦੀ ਨਕਲ, ਸ਼ਿਕਾਰ ਵੇਲੇ ਦੇ ਨਜ਼ਾਰੇ ਨੂੰ ਸਮੂਹ ਦੇ ਬਾਕੀ ਮੈਂਬਰਾਂ ਨਾਲ ਸਾਂਝਾ ਕਰਨ ਲਈ ਭੱਜ ਕੇ, ਕੁੱਦ ਕੇ, ਡਿੱਗ ਕੇ ਦਿਖਾਉਣਾ ਅਤੇ ਜਾਨਵਰਾਂ ਦੀ ਆਵਾਜ਼ ਕੱਢਣ ਦਾ ਯਤਨ ਆਦਿ ਸਭ ਬਿਰਤਾਂਤ ਹੀ ਹੈ। ਇਹ ਨਾਟਕ ਅਤੇ ਕਲਾ ਦਾ ਮੁੱਢਲਾ ਰੂਪ ਹੈ। ਇਸ ਲਈ ਇਹ ਗੱਲ ਸਪਸ਼ਟ ਹੈ ਕਿ ਮਨੁੱਖੀ ਬਿਰਤਾਂਤਕ ਅਮਲ ਹੀ ਮੁੱਢਲਾ ਸਾਹਿਤ ਹੈ ਅਤੇ ਹਰੇਕ ਮਨੁੱਖੀ ਅਮਲ ਦੀ ਤਰ੍ਹਾਂ ਦਵੰਦਾਤਮਕ ਅਤੇ ਭਾਸ਼ਾ ਇਹਦਾ ਆਧਾਰ ਰੂਪ ਹੈ। ਉਪਰੋਕਤ ਅਨੁਸਾਰ ਭਾਸ਼ਾ ਇੱਕ ਸਮਾਜਿਕ ਵਰਤਾਰਾ ਹੈ ਅਤੇ ਨਿਰੋਲ ਮਨੁੱਖੀ ਹੈ। ਸਮਾਜ ਤੋਂ ਬਾਹਰ ਭਾਸ਼ਾ ਨਹੀਂ ਹੁੰਦੀ ਅਤੇ ਭਾਸ਼ਾ ਦਾ ਕਾਰਜ ਮਨੁੱਖੀ ਸਮਾਜ ਵਿੱਚ ਜਾਂ ਆਦਾਨ ਪ੍ਰਦਾਨ ਵਜੋਂ ਸਹਾਈ ਹੋਣਾ ਹੀ ਹੈ। ਇਹ ਸਮਾਜਿਕ ਲੋੜ ਵਿੱਚੋਂ ਉਪਜਦੀ ਹੈ। ਸਮਾਜਿਕ ਬਣਤਰ ਅਨੁਸਾਰ ਭਾਸ਼ਾ ਅਨੁਸਾਰ ਰੂਪ ਧਾਰਦੀ ਹੈ। ਵਰਗ ਆਧਾਰਿਤ ਸਮਾਜ ਦੀ ਭਾਸ਼ਾ ਵੀ ਜਮਾਤੀ ਵਖਰੇਵੇਂ ਵਾਲੀ ਹੁੰਦੀ ਹੈ। ਭਾਸ਼ਾਈ ਵਖਰੇਵੇਂ ਦੀ ਹਕੀਕਤ ਵਿਅਕਤੀ ਭਾਸ਼ਾ, ਰਜਿਸਟਰ, ਜਾਰਗਨ, ਸਲੈਂਗ, ਉਪਭਾਸ਼ਾ ਅਤੇ ਭਾਸ਼ਾ ਆਦਿ ਰੂਪਾਂ ਵਿੱਚ ਸਕਾਰ ਹੁੰਦੀ ਹੈ। ਇਹ ਸਾਰੇ ਭਾਸ਼ਾਈ ਵਖਰੇਵਿਆਂ ਵਾਲੀ ਸਮਾਜਿਕ ਬਣਤਰ ਕਰਕੇ ਸਾਹਮਣੇ ਆਉਂਦੇ ਹਨ। ਕਿਸੇ ਇੱਕ ਭਾਸ਼ਾ ਨੂੰ ਬੋਲਣ ਵਾਲੀ ਭਾਸ਼ਾਈ ਆਬਾਦੀ ਵਿੱਚ ਅੰਦਰੂਨੀ ਭਾਸ਼ਾਈ ਵਖਰੇਵੇਂ ਇਸ ਆਬਾਦੀ ਦੀ ਅੰਦਰੂਨੀ ਸਮਾਜਿਕ ਸਥਿਤੀ ਕਰਕੇ ਹੀ ਹੁੰਦੇ ਹਨ। ਜਮਾਤ ਆਧਾਰਿਤ ਸਮਾਜ ਵਿੱਚ ਭਾਸ਼ਾਈ ਵਖਰੇਵੇਂ ਦੇ ਆਧਾਰ। ਜਦੋਂ ਅਸੀਂ ਜਮਾਤੀ ਆਧਾਰ ਉੱਤੇ ਭਾਸ਼ਾਈ ਵਖਰੇਵੇਂ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਹਾਸ਼ੀਆਗਤ ਸਮੂਹਾਂ ਦੇ ਸੰਦਰਭ ਵਿੱਚ ਭਾਸ਼ਾ ਬਹੁਤੀ ਸਜਰੀ ਸਵਰੀ ਹੋਣ ਦੀ ਬਜਾਏ ਸਿੱਧੀ ਅੱਖੜ ਅਤੇ ਲਾਊਡ ਹੁੰਦੀ ਹੈ। ਇਸ ਵਿੱਚ ਬਹੁਤਾ ਸਤਿਕਾਰ ਅਤੇ ਆਤਮ ਵਿਸ਼ਵਾਸ ਨਹੀਂ ਹੁੰਦਾ। ਧੁਨੀ ਵਿਗਿਆਨਕ ਪੱਧਰ ਤੋਂ ਵਾਜਦਿਆਂ ਵੀ ਦੇਖਿਆ ਜਾ ਸਕਦਾ ਹੈ ਕਿ ਇਸ ਸ਼੍ਰੇਣੀ ਦੀ ਭਾਸ਼ਾ ਵਿੱਚ ਅਜਿਹੀਆਂ ਧੁਨੀਆਂ ਦੀ ਵਰਤੋਂ ਆਮ ਮਿਲਦੀ ਹੈ ਜਿਨ੍ਹਾਂ ਨੂੰ ਕਈ ਵਾਰ ਪ੍ਰਮਾਣਿਕ ਭਾਸ਼ਾ ਵਿੱਚ ਸਹੀ ਉਚਾਰਨ ਨਹੀਂ ਮੰਨਿਆ ਜਾਂਦਾ। ਅਜਿਹੇ ਉਚਾਰਾਂ ਦੀ ਵਰਤੋਂ ਵੀ ਆਮ ਮਿਲਦੀ ਹੈ ਜਿਸ ਨੂੰ ਕਈ ਵਾਰੀ ਪ੍ਰਮਾਣਿਕ ਭਾਸ਼ਾ ਵਿੱਚ ਸਹੀ ਉਚਾਰਨ ਨਹੀਂ ਮੰਨਿਆ ਜਾਂਦਾ। ਜਿਵੇਂ ਪੰਜਾਬੀ ਦੇ ਸੰਦਰਭ ਵਿੱਚ ਗੱਲ ਕਰੀਏ ਤਾਂ ਪੈਰੀ ਬਿੰਦੀ ਲਾ ਕੇ ਦਰਸਾਇਆ ਜਾਂਦੀਆਂ ਧੁਨੀਆਂ ਦੀ ਵਰਤੋਂ ਸਾਡੇ ਸਮਾਜ ਦੇ ਕਿਰਤੀ ਵਰਗ ਵਿੱਚ ਬਿਲਕੁਲ ਵੀ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਇਹਦੀ ਕੋਈ ਲੋੜ ਹੀ ਨਹੀਂ। ਇਸੇ ਤਰ੍ਹਾਂ ਸਿਪਾਹੀ ਦਾ ਉਚਾਰਨ ਸਿਪਾਹੀ ਵਜੋਂ ਸੁਣਿਆ ਜਾ ਸਕਦਾ ਹੈ। ਸ਼ੀਸ਼ੇ ਦੀ ਉਦਾਹਰਨ ਜੱਗ ਜ਼ਾਹਰ ਹੈ, ਜਿੱਥੇ ਆਮ ਤੌਰ 'ਤੇ ਅੰਗਰੇਜ਼ੀ ਦੇ ਕੰਪਿਊਟਰ, ਸਾਈਕਲ, ਹਸਪੀਟਲ, ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ਵਰਗੇ ਸ਼ਬਦ ਜਾਂ ਤਾਂ ਪ੍ਰਚਲਿਤ ਹੋ ਗਏ ਹਨ ਜਾਂ ਉਹਨਾਂ ਦਾ ਚੇਤਨ ਤੌਰ 'ਤੇ ਸਹੀ ਉਚਾਰਨ ਕੀਤਾ ਜਾਂਦਾ ਹੈ। ਉੱਥੇ ਹੀ ਕਿਰਤੀ ਵਰਗ ਇਹਨਾਂ ਹੀ ਸ਼ਬਦਾਂ ਨੂੰ ਕੰਪਿਊਟਰ, ਸਾਈਕਲ, ਹਸਪਤਾਲ, ਸਟੇਸ਼ਨ ਅਤੇ ਬੱਸ ਸਟੈਂਡ ਆਦਿ ਦੀ ਵਰਤਦੇ ਹਨ। ਇੱਥੇ ਕਾਰਨ ਇਹ ਨਹੀਂ ਕਿ ਇਹਨਾਂ ਸ਼ਬਦਾਂ ਦੀਆਂ ਧੁਨੀਆਂ ਦਾ ਪੰਜਾਬੀਕਰਨ ਕਰ ਰਹੇ ਹਨ। ਉਹਨਾਂ ਦੀ ਪਹੁੰਚ ਤੋਂ ਪਹਿਲਾਂ ਹੀ ਇਹਨਾਂ ਧੁਨੀਆਂ ਦੇ ਸੰਕਲਪਾਂ ਦਾ ਪੰਜਾਬੀਕਰਨ ਹੋ ਚੁੱਕਿਆ ਸੀ। ਅਸਲ ਵਿੱਚ ਉਹਨਾਂ ਦੀ ਸਮਾਜਿਕ ਹਾਲਤ ਵਿੱਚ ਇਹ ਲੋੜ ਹੀ ਨਹੀਂ ਕਿ ਉਹ ਇਹਨਾਂ ਦਾ ਸਹੀ ਉਚਾਰਨ ਸਿੱਖਣ, ਨਹੀਂ ਤਾਂ ਅੰਗਰੇਜ਼ੀ ਦਾ ਮੱਡਗਾਰਡ ਅਜੇ ਤੱਕ ਮਰਗਾਟ ਦੇ ਤੌਰ 'ਤੇ ਹੀ ਨਾ ਉਜਾਰਿਆ ਜਾ ਰਿਹਾ ਹੁੰਦਾ। ਵਿਆਕਰਨਕ ਪੱਧਰ 'ਤੇ ਵੀ ਵਾਕ ਸਰਲ ਹੁੰਦੇ ਹਨ। ਸਧਾਰਨ ਵਾਕਾਂ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਬੇਸਲ ਬਰਨਸਟਾਈਨ ਅਨੁਸਾਰ ਹੇਠਲੇ ਵਰਗ ਦੀ ਬੋਲੀ ਵਿੱਚ ਘੱਟ ਆਤਮ ਵਿਸ਼ਵਾਸ ਹੁੰਦਾ ਹੈ। ਇਹਨਾਂ ਦੇ ਅਰਥ ਸਾਫ਼ ਤੇ ਸਪਸ਼ਟ ਹੁੰਦੇ ਹਨ, ਭਾਵ ਵਿੰਗ ਵਲੇਟ ਨਹੀਂ ਹੁੰਦੇ ਅਤੇ ਇਹ ਸਿੱਖਿਆ ਦੀ ਭਾਸ਼ਾ ਨਹੀਂ ਹੁੰਦੀ। ਇਹਨੂੰ ਉਹ ਰਿਸਟ੍ਰਿਕਟਡ ਕੋਡ ਦਾ ਨਾਮ ਦਿੰਦਾ ਹੈ। ਇਹਨਾਂ ਸਮੂਹਾਂ ਦੀ ਸਤਿਕਾਰਕ ਸੰਬੋਧਨ ਘੱਟ ਵਰਤੇ ਜਾਂਦੇ ਹਨ। ਖਾਸ ਕਰਕੇ ਆਪਣੇ ਹੀ ਸਮੂਹ ਅਤੇ ਪਰਿਵਾਰ ਵਿੱਚ ਉਹ ਆਪਣੇ ਤੋਂ ਵੱਡਿਆਂ ਜਿਵੇਂ ਮਾਂ ਪਿਓ, ਦਾਦਾ ਦਾਦੀ ਜਾਂ ਤਾਇਆ ਚਾਚਾ ਆਦਿ ਅਤੇ ਹੋਰ ਰਿਸ਼ਤਿਆਂ ਆਦਿ ਨੂੰ ਜੀ, ਤੁਸੀਂ, ਤੁਹਾਨੂੰ ਕਰਕੇ ਸੰਬੋਧਨ ਨਹੀਂ ਕਰਦੇ। ਇਹਦਾ ਕਾਰਨ ਉਹਨਾਂ ਦੀ ਸਮਾਜਿਕ ਸਥਿਤੀ ਹੁੰਦੀ ਹੈ, ਕੋਈ ਆਪਸੀ ਤਿਰਸਕਾਰ ਦੀ ਭਾਵਨਾ ਨਹੀਂ। ਉਹਨਾਂ ਨੂੰ ਸਮਾਜਿਕ ਤੌਰ 'ਤੇ ਸਤਿਕਾਰ ਮਿਲਦਾ ਹੀ ਨਹੀਂ, ਜਿਸ ਕਰਕੇ ਉਹਨਾਂ ਦੇ ਆਪ ਦੇ ਸੰਬੋਧਨ ਵਿੱਚ ਸਤਿਕਾਰਕ ਸ਼ਬਦਾਂ ਦੀ ਵਰਤੋਂ ਨਹੀਂ ਹੁੰਦੀ। ਹਾਸ਼ੀਆਗਤ ਸਮੂਹਾਂ ਦੀ ਬੋਲੀ ਵਖਰੇਵੇਂ ਸਹਿਤ ਉਹ ਸਮੁੱਚੇ ਭਾਸ਼ਾ ਸਮਾਜ ਵਿੱਚ ਬੋਲੀ ਜਾ ਰਹੀ ਭਾਸ਼ਾ ਦੀ ਹੀ ਕਿਸਮ ਹੁੰਦੀ ਹੈ। ਸਾਂਝੀ ਭਾਸ਼ਾ ਭਾਸ਼ਾਈ ਸਮਾਜ ਵਿੱਚ ਵਸ ਰਹੇ ਸਭ ਸਮੂਹਾਂ ਦੀ ਸਾਂਝੀ ਹੁੰਦੀ ਹੈ। ਇਸ ਵਿੱਚ ਥੋੜ੍ਹੇ ਬਹੁਤ ਵਖਰੇਵਿਆਂ ਤੋਂ ਬਿਨਾਂ ਕੋਈ ਵੀ ਬਹੁਤ ਵੱਡਾ ਵਖਰੇਵਾਂ ਨਹੀਂ ਹੁੰਦਾ। ਇਹ ਥੋੜ੍ਹੇ ਬਹੁਤ ਫਰਕ ਨਾਲ ਹੀ ਸਭ ਸਮੂਹਾਂ ਵਿੱਚ ਬੋਲੀ ਜਾਂਦੀ ਹੈ। ਇੱਕ ਭਾਸ਼ਾਈ ਸਮਾਜ ਵਿੱਚ ਹਰ ਜਮਾਤ, ਜਾਤ, ਧਰਮ, ਕੀਤੇ ਆਦਿ ਦੇ ਲੋਕ ਸਭ ਇੱਕੋ ਸਾਂਝੀ ਭਾਸ਼ਾ ਵਖਰੇਵਿਆਂ ਸਹਿਤ ਬੋਲ ਰਹੇ ਹੁੰਦੇ ਹਨ, ਬਸ਼ਰਤੇ ਉਹ ਆਪਣੀ ਬੋਲੀ ਹੀ ਬੋਲ ਰਹੇ ਹੋਣ, ਦੂਜੀ ਜਾਂ ਵਿਦੇਸ਼ੀ ਭਾਸ਼ਾ ਨਹੀਂ। ਸਾਂਝੀ ਭਾਸ਼ਾ ਤੋਂ ਉਪ ਬੋਲੀਆਂ ਵਿਚਲਾ ਵਖਰੇਵਾਂ ਸਿਰਫ ਅਤੇ ਸਿਰਫ ਬੁਲਾਰਿਆਂ ਦੇ ਸਮੂਹ ਦੀ ਲੋੜ ਦੁਆਰਾ ਨਿਸ਼ਚਿਤ ਹੁੰਦਾ ਹੈ। ਇਹ ਵਖਰੇਵੇਂ ਭਾਸ਼ਾਈ ਉਚਾਰਨ ਦੇ ਢੰਗ ਦੇ ਪੱਧਰ 'ਤੇ ਹੁੰਦੇ ਹਨ, ਪ੍ਰਚਲਿਤ ਅਰਥਾਂ ਦੇ ਪੱਧਰ 'ਤੇ ਹੋ ਸਕਦੇ ਹਨ, ਸ਼ਬਦਾਵਲੀ ਦੇ ਪੱਧਰ 'ਤੇ ਹੋ ਸਕਦੇ ਹਨ, ਭਾਵ ਨਵੇਂ ਸ਼ਬਦਾਂ ਨੂੰ ਸੰਮਿਲਿਤ ਕੀਤਾ ਜਾ ਸਕਦਾ ਹੈ ਜਾਂ ਨਵੇਂ ਸ਼ਬਦ ਘੜੇ ਜਾ ਸਕਦੇ ਹਨ। ਪਰ ਭਾਸ਼ਾ ਦੀ ਆਧਾਰ ਸੰਰਚਨਾ ਜੋ ਕਿ ਵਿਆਕਰਨਕ ਬਣਤਰ ਅਤੇ ਮੂਲ ਸ਼ਬਦ ਭੰਡਾਰ ਹੈ ਵਿੱਚ ਕੋਈ ਗੰਭੀਰ ਫਰਕ ਨਹੀਂ ਆਉਂਦਾ। ਕੋਟ,
ਕਿਸੇ ਸਮਾਜ ਦੀ ਭਾਸ਼ਾ ਇੱਕ ਜਾਂ ਦੂਜੇ ਨਵੇਂ ਜਾਂ ਪੁਰਾਣੇ ਆਧਾਰ ਦਾ ਉਤਪਾਦਨ ਨਹੀਂ, ਸਗੋਂ ਇਹ ਸਮੁੱਚੇ ਇਤਿਹਾਸਕ ਪ੍ਰਵਾਹ ਦੀ ਸਦੀਆਂ ਤੱਕ ਆਧਾਰਾਂ ਦੇ ਇਤਿਹਾਸ ਦਾ ਉਤਪਾਦਨ ਹੈ। ਇਹ ਕਿਸੇ ਇੱਕ ਜਮਾਤ ਦੁਆਰਾ ਨਹੀਂ, ਸਗੋਂ ਪੂਰੇ ਸਮਾਜ ਦੀਆਂ ਸਾਰੀਆਂ ਜਮਾਤਾਂ ਦੀ ਸੈਂਕੜੇ ਪੀੜ੍ਹੀਆਂ ਦੇ ਉਦਮਾਂ ਦੀ ਸਿਰਜਣਾ ਹੈ। ਇਹ ਇੱਕ ਜਾਤ ਦੀਆਂ ਲੋੜਾਂ ਦੀ ਪੂਰਤੀ ਨਹੀਂ, ਸਗੋਂ ਪੂਰੇ ਸਮਾਜ ਦੀਆਂ ਸਾਰੀਆਂ ਜਮਾਤਾਂ ਦੀ ਲੋੜਾਂ ਦੀ ਪੂਰਤੀ ਹਿੱਤ ਸਿਰਜੀ ਗਈ ਹੁੰਦੀ ਹੈ। ਬਿਲਕੁਲ ਇਸੇ ਕਾਰਨ ਕਰਕੇ ਸਮੁੱਚੇ ਸਮਾਜਾਂ ਲਈ ਇੱਕ ਸਾਂਝੀ ਭਾਸ਼ਾ ਦੀ ਸਿਰਜਣਾ ਹੁੰਦੀ ਹੈ, ਜੋ ਕਿ ਸਾਰੇ ਮੈਂਬਰਾਂ ਲਈ ਸਾਂਝੀ ਹੁੰਦੀ ਹੈ। ਇਸ ਲਈ ਭਾਸ਼ਾ ਦੀ ਪ੍ਰਕਾਰਜੀ ਭੂਮਿਕਾ ਸੰਚਾਰਾਤਮਕ ਆਦਾਨ ਪ੍ਰਦਾਨ ਦੇ ਸਾਧਨ ਦੇ ਤੌਰ ਤੇ ਇੱਕ ਜਮਾਤ ਦੇ ਦੂਜੇ ਉੱਤੇ ਦਾਅਵੇ ਲਈ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਰੀਆਂ ਜਮਾਤਾਂ ਦੀ ਇਕਸਾਰ ਸੇਵਾ ਲਈ ਹੁੰਦੀ ਹੈ। ਸਥਾਪਨਾ। ਸਾਡਾ ਸਵਾਲ ਇਹ ਸੀ ਕਿ ਹਾਸ਼ੀਆਗਤ ਸਮੂਹਾਂ ਦੀ ਕੋਈ ਵੱਖਰੀ ਭਾਸ਼ਾ ਹੁੰਦੀ ਹੈ ਜਾਂ ਨਹੀਂ। ਤਾਂ ਗੱਲ ਇਹ ਹੈ ਕਿ ਭਾਸ਼ਾ ਦਾ ਪਦਾਰਥਕ ਸੁਭਾਅ ਸਮਾਜ ਦੇ ਜਮਾਤੀ ਪ੍ਰਬੰਧ ਵਿੱਚ ਭਾਵੇਂ ਜਮਾਤੀ ਨਹੀਂ ਹੁੰਦਾ, ਪਰ ਜਮਾਤੀ ਬਣਤਰ ਭਾਸ਼ਾ ਨੂੰ ਆਪਣੇ ਅਨੁਸਾਰੀ ਰੱਖਣ ਲਈ ਯਤਨਸ਼ੀਲ ਹੁੰਦੀ ਹੈ। ਇਸ ਦੀ ਸਮੱਗਰੀ ਦਾ ਸੁਭਾਅ ਜਮਾਤੀ ਹੋ ਜਾਂਦਾ ਹੈ। ਧੁਨੀਆਂ ਦਾ ਉਚਾਰਨ, ਸ਼ਬਦਾਂ ਦੀ ਵਰਤੋਂ, ਵਾਕਾਂ ਦੀ ਬਣਤਰ ਆਦਿ ਜਮਾਤੀ ਵਖਰੇਵੇਂ ਦੇ ਸੂਚਕ ਹਨ। ਇਹੀ ਸਮਾਜਿਕ ਬਣਤਰ ਭਾਸ਼ਾ ਨਾਲ ਸੰਬੰਧਿਤ ਸਮੱਸਿਆਵਾਂ ਦਾ ਆਧਾਰ ਬਣਦੀ ਹੈ ਤੇ ਇਹਦੇ ਤੋਂ ਪੈਦਾ ਹੋਈ ਅਰਾਜਕਤਾ ਨੂੰ ਸਮਾਜਿਕ ਪਾੜੇ ਡੂੰਘੇ ਕਰਨ ਲਈ ਵਰਤਿਆ ਜਾਂਦਾ ਹੈ। ਕਿਉਂਕਿ ਭਾਸ਼ਾ ਦਾ ਰੂਪ ਕੋਈ ਸੁਤੰਤਰ ਹੋਂਦ ਵਜੋਂ ਨਹੀਂ, ਭਾਸ਼ਾ ਇੱਕ ਸਮਾਜਿਕ ਵਰਤਾਰਾ ਹੈ ਤੇ ਸਮਾਜ ਦਾ ਭਾਸ਼ਾ ਨਾਲ ਸੰਬੰਧ ਹੀ ਭਾਸ਼ਾ ਦੇ ਰੂਪ ਦਾ ਜ਼ਿੰਮੇਵਾਰ ਹੁੰਦਾ ਹੈ, ਨਾ ਕਿ ਭਾਸ਼ਾ ਆਪ ਮੁਹਾਰੇ ਕੋਈ ਰੂਪ ਗ੍ਰਹਿਣ ਕਰਦੀ ਹੈ। ਇਸ ਨੂੰ ਇੱਕ ਉਦਾਹਰਨ ਨਾਲ ਸਮਝਿਆ ਜਾ ਸਕਦਾ ਹੈ ਕਿ ਖੁਸ਼ਕ ਖਿੱਤਿਆਂ ਦੀਆਂ ਭਾਸ਼ਾਵਾਂ ਵਿੱਚ ਕੰਠੀ ਧੁਨੀਆਂ ਤੇ ਮਹਾਂਪੁਰਾਣ ਧੁਨੀਆਂ ਦੀ ਮਾਤਰਾ ਪਹਾੜੀ ਅਤੇ ਬਹੁਤੇ ਠੰਡੇ ਇਲਾਕਿਆਂ ਦੀਆਂ ਭਾਸ਼ਾਵਾਂ ਨਾਲੋਂ ਵਧੇਰੇ ਹੁੰਦੀ ਹੈ, ਕਿਉਂਕਿ ਮਹਾਂਪੁਰਾਣ ਧੁਨੀਆਂ ਵਿੱਚ ਹਵਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਗਲ ਨੂੰ ਠੰਡਕ ਦਿੰਦੀ ਹੈ ਤੇ ਇਹ ਸਥਿਤੀ ਗਰਮ ਇਲਾਕਿਆਂ ਲਈ ਲਾਹੇਵੰਦ ਪਰ ਠੰਡੇ ਇਲਾਕਿਆਂ ਲਈ ਖਤਰਨਾਕ ਸਿੱਧ ਹੋ ਸਕਦੀ ਹੈ, ਜਿੱਥੇ ਹਵਾ ਪਤਲੀ ਹੁੰਦੀ ਹੈ ਤੇ ਸਰੀਰ ਨੂੰ ਊਰਜਾ ਤੇ ਗਰਮੀ ਦੀ ਲੋੜ ਵਧੇਰੇ ਹੁੰਦੀ ਹੈ ਅਤੇ ਸਰੀਰ ਦੀ ਊਰਜਾ ਬਚਾ ਕੇ ਰੱਖਣਾ ਹੁੰਦਾ ਹੈ, ਨਹੀਂ ਤਾਂ ਸਰੀਰ ਹਾਈਪੋਥਰਮੀਆ ਦਾ ਸ਼ਿਕਾਰ ਹੋ ਸਕਦਾ ਹੈ। ਇਸੇ ਤਰ੍ਹਾਂ ਅਫਰੀਕੀ ਭਾਸ਼ਾਵਾਂ ਵਿਚਲੀਆਂ ਕਲਿਕ ਧੁਨੀਆਂ ਵੀ ਉੱਥੋਂ ਦੇ ਜੰਗਲੀ ਜੀਵਨ ਦੇ ਸ਼ਿਕਾਰ ਦੀ ਲੋੜ ਹੈ ਅਤੇ ਉਸ ਦੀ ਪੂਰਤੀ ਲਈ ਮਨੁੱਖੀ ਅਮਲ ਵਜੋਂ ਇੱਕ ਸੰਚਾਰ ਸਾਧਨ ਦਾ ਹਿੱਸਾ ਬਣੀਆਂ। ਇਸ ਤਰ੍ਹਾਂ ਸਮਾਜ ਦਾ ਭਾਸ਼ਾ ਨਾਲ ਸੰਬੰਧ ਜੋ ਲਗਾਤਾਰ ਇੱਕ ਦੂਜੇ ਨੂੰ ਪ੍ਰਭਾਵਿਤ ਕਰਦਾ ਹੈ, ਦਵੰਦਾਤਮਕ ਸੰਬੰਧਾਂ ਵਿੱਚ ਵਿਚਰਦਾ ਹੈ। ਕਿਸੇ ਵੀ ਭਾਸ਼ਾਈ ਆਬਾਦੀ ਦੀ ਭਾਸ਼ਾ ਉਹਦੇ ਜਮਾਤੀ ਖਾਸੇ ਦੇ ਬਾਵਜੂਦ ਸਾਂਝੀ ਹੁੰਦੀ ਹੈ। ਭਾਸ਼ਾ ਸਮਾਜਿਕ ਸੰਚਾਰ ਦੀ ਲੋੜ ਵਜੋਂ ਉਪਜਦੀ ਹੈ ਅਤੇ ਇਸੇ ਲੋੜ ਅਨੁਸਾਰ ਸਮਾਜ ਅਤੇ ਭਾਸ਼ਾ ਦੇ ਵਿਰੋਧ ਵਿਕਾਸ ਤਹਿਤ ਵਿਕਾਸ ਕਰਦੀ ਹੈ। ਭਾਸ਼ਾਈ ਵਖਰੇਵਿਆਂ ਦੀ ਜੜ ਇਸੇ ਲੋੜ ਅਨੁਸਾਰ ਵਾਲੀ ਦਵੰਦਾਤਮਕ ਸਥਿਤੀ ਵਿੱਚ ਪਈ ਹੈ। ਕਿਸੇ ਵੀ ਸਮੂਹ ਨੇ ਆਪਣੀ ਬੋਲੀ ਸਮਾਜਿਕ ਸਾਂਝੀ ਭਾਸ਼ਾ ਦੇ ਚੌਕਟੇ ਵਿੱਚ ਰਹਿੰਦਿਆਂ ਹੋਇਆਂ ਇਸੇ ਲੋੜ ਅਨੁਸਾਰ ਦੇ ਸਮਾਜਿਕ ਦਵੰਦ ਤਹਿਤ ਵਿਕਸਿਤ ਕਰਨੀ ਹੁੰਦੀ ਹੈ। ਜਿੰਨੀ ਕਿਸੇ ਸਮੂਹ ਦੀ ਲੋੜ ਉਹੋ ਜਿਹੀ ਹੀ ਉਹਦੀ ਬੋਲੀ ਹੋਵੇਗੀ ਅਤੇ ਜੋ ਉਸ ਸਮੂਹ ਦੀਆਂ ਸੰਚਾਰਾਤਮਕ ਲੋੜਾਂ ਦੀ ਪੂਰਤੀ ਕਰਦੀ ਹੈ। ਹਾਸ਼ੀਆਗਤ ਸਮੂਹਾਂ ਦੀ ਬੋਲੀ ਵੀ ਉਹਨਾਂ ਦੀ ਲੋੜ ਅਨੁਸਾਰ ਵਿਕਸ ਕੇ ਹੀ ਸੰਚਾਰ ਦਾ ਕਾਰਜ ਕਰੇਗੀ, ਪਰ ਸਾਂਝੀ ਭਾਸ਼ਾ ਦੇ ਨਿਯਮਤ ਚੌਕਟੇ ਵਿੱਚ। ਇਸ ਤਰ੍ਹਾਂ ਕੋਈ ਭਾਸ਼ਾ ਇੱਕ ਭਾਸ਼ਾਈ ਆਬਾਦੀ ਦੀ ਸੰਚਾਰ ਦੇ ਸਾਧਨ ਦੇ ਤੌਰ ਤੇ ਹਮੇਸ਼ਾ ਇੱਕੋ ਹੁੰਦੀ ਹੈ ਅਤੇ ਸਾਰੇ ਮੈਂਬਰਾਂ ਲਈ ਸਾਂਝੀ ਹੁੰਦੀ ਹੈ। ਉਪ ਬੋਲੀਆਂ, ਕੀਤਾ ਬੋਲੀਆਂ, ਵਿਸ਼ਾ ਬੋਲੀਆਂ ਆਦਿ ਦੀ ਮੌਜੂਦਗੀ ਸਭ ਲੋਕਾਂ ਲਈ ਸਾਂਝੀ ਭਾਸ਼ਾ ਦੀ ਹੋਂਦ ਘਟਾਉਂਦੀ ਨਹੀਂ, ਬਲਕਿ ਦੀ ਪੁਸ਼ਟੀ ਕਰਦੀ ਹੈ। ਇੱਕ ਸਮਾਜ ਵਿੱਚ ਵੱਖਰੀਆਂ ਜਮਾਤਾਂ ਦੀ ਵੱਖਰੀ ਭਾਸ਼ਾ ਨਹੀਂ ਹੁੰਦੀ, ਵੱਖਰੀ ਬੋਲੀ ਹੁੰਦੀ ਹੈ। ਇਹ ਵਖਰੇਵੇਂ ਸਮੂਹ ਦੀਆਂ ਲੋੜਾਂ ਅਨੁਸਾਰ ਵਿਕਾਸ ਕਰਦੇ ਹਨ ਅਤੇ ਇਸ ਵਖਰੇਵੇਂ ਨੂੰ ਉਸ ਸਮੂਹ ਦੀ ਆਰਥਿਕ, ਸਮਾਜਿਕ, ਭੂਗੋਲਿਕ ਸਥਿਤੀ, ਜਲਵਾਯੂ, ਕਿੱਤਾ ਆਦਿ ਨਿਰਧਾਰਿਤ ਕਰਦੇ ਹਨ। ਧੰਨਵਾਦ।